ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਹੇ ਤਿਨਹੁ ਕੀ ਇੱਕ ਦਿਨ ਮਾਈ, ਸੋਢੀ ਬੰਸ ਮੁਕਟ ਟਿਗ ਆਈ। ਕਹੇ ਤਿਨਹੁ ਕੀ ਇੱਕ ਦਿਨ ਮਾਈ, ਸੋਢੀ ਬੰਸ ਮੁਕਟ ਟਿਗ ਆਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਭੈ ਗੁਣ ਔਰ ਪੁਰ ਪੁਰ ਪਇਓ ਔਗਨ ਨ, ਕਾਮ ਕ੍ਰੋਧ ਕੂਰੋਂ ਕੀ ਬਿਰਤਾ ਫਰਦ ਕੀ। ਹੋਇਓ ਮਨ ਚੋਰ ਚੋਰ ਰਹੀ ਮਤ ਚੋਰ ਚੋਰ, ਦੇ ਕਰੇ ਹੋ ਦੌਰ ਦੂਰ ਦਾਰੂ ਨ ਦਰਦ ਕੇ। ਮਿਲੈ ਗੁਰ ਪੂਰਨ ਸੰਤੋਖ ਸਿੰਘ ਤੋਰਨ, 100 ਲੱਖ ਦੁਖ ਪੂਰ ਗਤੇ ਕਲੀ ਨਰਦ ਕੇ। ਨਾਮ ਹੈ ਸਰਨ ਸੋਰ ਪਾਵਨ ਪਤਤ ਰੂਰ, ਰਾਖੈ ਜਰੂਰ ਜਲਾਜ ਆਪਣੇ ਬਿਰਦ ਕੇ। ਏਕਾਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਤਨ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ ਚਾਹੇ ਕੋਈ ਕਵੀ ਹੈ, ਵਿਦਵਾਨ ਹੈ, ਲਿਖਾਰੀ ਹੈ, ਹਿੰਦੁਸਤਾਨ ਦੇ ਵੱਡੇ ਵੱਡੇ ਨਗਰਾਂ ਸ਼ਹਿਰਾਂ 'ਚੋਂ ਜੋ ਵੀ ਚੱਲ ਕਰਕੇ ਆਏ ਸਨ, ਰੋਜ਼ਾਨਾ ਉਹਨਾਂ ਨੇ ਆਪਣੇ ਵੱਲੋਂ ਸਤਿਗੁਰੂ ਜੀ ਦੀ ਜਿਹੜੀ ਵਡਿਆਈ ਹੈ, ਸੋਭਾ ਉਪਮਾ, ਉਸ ਦੇ ਪਰਥਾਏ ਬਹੁਤ ਸੁੰਦਰ, ਕਿਸੇ ਨੇ ਕਵਿਤ, ਕਿਸੇ ਨੇ ਸਵਈਏ ਰਚ ਕਰਕੇ ਜਦੋਂ ਸੁਣਾਉਣੇ ਦੇ ਕਰਕੇ ਮਹਾਰਾਜ ਕਈ ਦਫਾ ਤਾਂ ਉਹਨਾਂ ਨੂੰ ਇਤਨੇ ਉਧਾਰ ਸਕੀ ਦਾਤੇ ਵੀ ਲੱਖਾਂ ਰੁਪਈਆ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਸੀ, ਜਿਨ੍ਹਾਂ ਵਿਚਾਰਿਆਂ ਨੂੰ ਆਪਣੇ ਰੁਜ਼ਗਾਰ ਦੀ ਮਨ ਦੇ ਵਿੱਚ ਚਿੰਤਾ ਖੜੀ ਹੋ ਗਈ ਸੀ ਵੀ ਸਾਨੂੰ ਤਾਂ ਕਿਤੋਂ ਕੋਈ ਰੋਜੀ ਦਾ ਹੀਲਾ ਵਸੀਲਾ ਨਹੀਂ ਬਣਦਾ। ਵਿੱਦਿਆ ਬਥੇਰੀ ਪੜ੍ਹ ਲਈ ਹੈ, ਪਰ ਇਸ ਵਿੱਦਿਆ ਦੀ ਕਿਸੇ ਨਵਾਬ ਨੇ, ਕਿਸੇ ਅਹਿਲਕਾਰ ਨੇ ਕੋਈ ਸਾਡੀ ਕਦਰ ਨਹੀਂ ਪਾਈ। ਬਾਦਸ਼ਾਹ ਔਰੰਗਜ਼ੇਬ ਤਾਂ ਜਦੋਂ ਵੀ ਕਿਤੇ ਸੁਣਦਾ ਵੀ ਸਨਾਤਨ ਮਤ ਦੇ ਵਿੱਚ ਕੋਈ ਇਹੋ ਜਿਹਾ ਬੜਾ ਤੇਜ਼ ਦਿਮਾਗ ਵਾਲਾ ਵਿਦਵਾਨ ਪੜ੍ਹਿਆ ਲਿਖਿਆ ਪੈਦਾ ਹੋ ਗਿਆ, ਸੁਣਨ ਅਨੁਸਾਰ ਉਹਨੇ ਬਸ ਇਹੀ ਮਨ ਦੇ ਵਿੱਚ ਵਿਚਾਰ ਕਰਨੀ ਵੀ ਜਿਹੜਾ ਅੱਗੇ ਤੋਂ ਅੱਗੇ
ਪਬਲਿਕ ਨੂੰ ਪ੍ਰੇਰ ਕਰਕੇ ਧਰਮ ਦੇ ਵਿੱਚ ਲਿਆਉਣ ਵਾਲਾ ਸਿਆਣਾ ਵਿਦਵਾਨ, ਇਹ ਤਾਂ ਫਿਰ ਇਸਲਾਮ ਮਤ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਉਸ ਸਮੇਂ ਆਪਣੇ ਅਹਿਲਕਾਰਾਂ ਨੂੰ ਹੁਕਮ ਕਰਨਾ ਵੀ ਜਿਵੇਂ ਕਿਵੇਂ ਹੋ ਸਕਦਾ ਹੈ, ਇਹਨੂੰ ਕਲਮਾ ਪੜ੍ਹਾਓ, ਇਹਨੂੰ ਆਪਣੇ ਦੀਨ ਇਸਲਾਮ ਦੇ ਵਿੱਚ ਲੈ ਕਰਕੇ ਆਉਣਾ। ਹੁਣ ਜਿਨ੍ਹਾਂ ਨੂੰ ਆਪਣੇ ਮਨ ਦੇ ਵਿੱਚ ਬੜਾ ਧਰਮ ਦੇ ਨਾਲ ਪਿਆਰ ਭਰਿਆ ਹੋਇਆ ਸੀ, ਤੀਨ ਲੋਕ ਦੁਖ ਸੁਖ ਧਰਮ ਕਰ ਪ੍ਰਾਪਤ ਹੋਵਤ, ਪਤਾ ਸੀ ਅੱਜ ਤਿੰਨੇ ਦੇਵਤਿਆਂ ਦੀਆਂ ਜਿਹੜੀਆਂ ਪੁਰੀਆਂ ਇਹ ਧਰਮਾਤਮਾ ਪੁਰਸ਼ ਵੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੇ ਮਨ ਦੇ ਵਿੱਚ ਬੜਾ ਦੁੱਖ, ਚਿੱਤ ਦੇ ਅੰਦਰ ਚਿੰਤਾ ਖੜੀ ਹੋ ਜਾਣੀ ਵੀ ਕੀ ਕੀਤਾ ਜਾਏ। ਇਹ ਤਾਂ ਹੁਣ ਸਾਡਾ ਧਰਮ ਹੀ ਭ੍ਰਿਸ਼ਟ ਕਰਨ ਲੱਗੇ ਹੈ। ਉਹਨਾਂ ਨੇ ਫਿਰ ਅੱਕ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟਾ ਸਰਾ ਤੱਕਿਆ ਵੀ ਇੱਥੇ ਤਾਂ ਬਾਦਸ਼ਾਹ ਔਰੰਗਜ਼ੇਬ ਵਰਗਿਆਂ ਦੀ ਕੋਈ ਵੀ ਕਾਨ ਕਨੌੜ ਝੱਲੀ ਨਹੀਂ ਜਾਂਦੀ, ਜਿਹੜਾ ਮਰਜੀ ਚੜ੍ਹ ਕਰਕੇ ਆ ਜਾਏ। ਇਹੋ ਜਿਹੇ ਕਵੀ, ਲੇਖਾਰੀ, ਵਿਦਵਾਨ ਸੋ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪਾਵਨ ਜਸ ਦੇ ਇਹੋ ਜਿਹੇ ਸਵਈਏ ਬਣਾ ਕਰਕੇ ਜੋ ਵੀ ਕਵੀ ਜੀ ਨੇ ਇਸ ਥਾਂ 'ਤੇ ਲਿਖੇ ਹਨ, ਉੱਥੇ ਫਿਰ ਜੋ ਦਸਾਂ ਪਾਤਸ਼ਾਹੀਆਂ ਦੀ ਵਡਿਆਈ ਹੈ, ਜੋ ਦਸਾਂ ਪਾਤਸ਼ਾਹੀਆਂ ਦਾ ਪਾਵਨ ਜਸ ਕਵੀ ਜੀ ਨੇ ਇਹ ਸਾਰੇ ਪੀਰ ਪਕੰਬਰ ਔਲੀਆਂ ਅਵਤਾਰਾਂ ਦੇ ਨਾਲੋਂ ਉੱਚਾ ਦਰਸਾਉਣ ਦੇ ਲਈ ਜੋ ਵੀ ਇਹਨਾਂ ਕਵਿਤ ਸਵਈਆਂ ਦੇ ਵਿੱਚ ਆਪਾਂ ਪ੍ਰਮਾਣ ਜੋ ਵੀ ਉਦਾਹਰਨਾਂ ਸੁਣਦੇ ਹਾਂ, ਇਹਦਾ ਨਿਸ਼ਾਨਾ ਮਨੋਰਥ ਭਾਈ ਸਾਹਿਬ ਜੀ ਦੇ ਲਿਖਣ ਦਾ ਸਾਰਿਆਂ ਨਾਲੋਂ ਵੱਡਾ ਇਹੀ ਹੈ। ਸੋ ਦਸ਼ਮੇਸ਼ ਪਿਤਾ ਦੀ ਜਿਹੜੀ ਤਾਰੀਫ ਵਡਿਆਈ ਉਹਨਾਂ ਪੀਰਾਂ ਫਕੀਰਾਂ ਦੇ ਨਾਲੋਂ ਬਹੁਤ ਜ਼ਿਆਦਾ ਉੱਚੀ ਦਰਸਾ ਕੇ ਸੰਗਤਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ ਭਾਵਨਾ ਪੈਦਾ ਕਰਨ ਦਾ ਯਤਨ ਕੀਤਾ। ਪ੍ਰੇਗਾਨੰਦ ਦਾਨ ਦੀਨੋ ਤਾਹੀ ਕੇ ਅਛਤ ਸੀਨ ਜਾਜਤ ਫਿਰਤ ਦੀਨ ਦੇ ਜਨ ਕੋ ਗੋਤ ਹੈ। ਬੜੀਆਂ ਮਿਸਾਲਾਂ ਇਹੋ ਜਿਹੀਆਂ ਜੋ ਵੀ ਕਵੀ ਜੀ ਨੇ ਦਿੱਤੀਆਂ ਹਨ। ਭਾਵੇਂ ਭਾਈ ਸਾਹਿਬ ਜੀ ਦੀ ਜਿਹੜੀ ਹੈ ਵਿਚਾਰ ਤਾਰਾ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦਿਓ। ਇਹਨਾਂ ਪਹਿਲੇ ਯੁੱਗਾਂ ਦੇ ਅਵਤਾਰਾਂ ਦੀਆਂ ਵੀ ਬੜੀਆਂ ਮਿਸਾਲਾਂ ਦਿੱਤੀਆਂ ਹਨ। ਜਿਸ ਤਰ੍ਹਾਂ ਪਰਸਰਾਮ ਉਹਨੇ 21 ਵਾਰੀ ਕਹਿੰਦੇ ਖੱਤਰੀਆਂ ਦਾ ਕਰਕੇ ਨਾ ਨਾਸ ਔਰ ਧਰਤੀ ਦਾ ਰਾਜ ਭਾਗ ਬ੍ਰਾਹਮਣਾਂ ਦੇ ਹਵਾਲੇ ਕਰ ਦਿੱਤਾ ਵੀ ਤੁਸੀਂ ਹੁਣ ਰਾਜੇ ਮਹਾਰਾਜੇ ਬਣ ਚੁੱਕੇ ਹੋ। ਪਰ ਇਹ ਜਿਹੜਾ ਪਰਸਰਾਮ ਦਾ ਦਿੱਤਾ ਹੋਇਆ ਦਾਨ ਉਹਨਾਂ ਬ੍ਰਾਹਮਣਾਂ ਉਹਨਾਂ ਪੰਡਤਾਂ ਦੇ ਪਾਸ ਜ਼ਿਆਦਾ ਟਾਈਮ ਨਹੀਂ ਸੀ ਰਹਿ ਸਕਿਆ। ਪ੍ਰੇਗਾਨੰਦ ਦਾਨ ਦੀਨੋ ਤਾਹੀ ਕੇ ਅਛਤ ਸ਼ੀਨ ਪਰਸਰਾਮ ਦੇ ਦੇ ਦਿਆਂ ਕਿਤਨੀ ਵਾਰੀ ਖੱਤਰੀਆਂ ਦੇ ਜਵਾਨ ਬੱਚਿਆਂ ਨੇ ਉਹਨਾਂ ਦੇ ਕੋਲੋਂ ਧਰਤੀ ਦਾ ਰਾਜ ਭਾਗ ਹੀ ਖੋਹ ਲਿਆ ਸੀ। ਤਾਂ ਹੀ ਕਿ ਅਛਤ ਸ਼ੀਨ ਉਹਦੇ ਦੇ ਦਿਆਂ ਫਿਰ
ਧਰਤੀ ਦਾ ਰਾਜ ਭਾਗ ਖੁੱਸ ਗਿਆ ਸੀ। ਜਾਚਤ ਫਿਰਤ ਦੀਨ ਦਿਜਨ ਕੋ ਗੋਤ ਹੈ। ਉਹ ਵਿਚਾਰੇ ਪੰਡਤ ਉਸੇ ਤਰ੍ਹਾਂ ਧਰਤੀ ਦੇ ਉੱਪਰ ਚਾਰੇ ਪਾਸੇ ਮੰਗਦੇ ਫਿਰਦਿਆਂ ਨੂੰ ਪਰਸਰਾਮ ਰੋਵੈ ਕਰ ਆਇਆ। ਉਹਦੀਆਂ ਵੀ ਤਾਂ ਨਿਕਲ ਗਈਆਂ ਸਨ, ਪਰ ਦਸ਼ਮੇਸ਼ ਪਿਤਾ ਨੇ ਆਪਣੇ ਖਾਲਸੇ ਨੂੰ ਇਹੋ ਜਿਹਾ ਦਾਨ ਬਖਸ਼ਿਆ ਜਾ ਕਾ ਦਾਨ ਨਿਕੂਟਾ ਨਹੀਂ। ਇਹ ਕਟਣ ਦੇ ਵਿੱਚ ਨਹੀਂ ਆਉਂਦਾ, ਇਹ ਤਾਂ ਤੋਟ ਨਾਵੈ ਵੱਧ ਤੋਂ ਜਾਈ। ਜਿਹੜਾ ਹੈ ਦਸ਼ਮੇਸ਼ ਪਿਤਾ ਦਾ ਬਖਸ਼ਿਆ ਹੋਇਆ ਦਾਨ ਕਦੇ ਘਟਿਆ ਨਹੀਂ। ਦਿਨ ਪਰ ਦਿਨ ਦੂਣਾ ਸਵਾਇਆ ਵੱਧਦਾ ਤਾਂ ਜਾ ਰਿਹਾ ਹੈ। ਨਾਮ ਦਾਨ, ਵਿਵੇਕ ਦਾਨ, ਭਰੋਸਾ ਦਾਨ, ਸਤਰ ਵਿਦਿਆ ਚਲਾਉਣ ਦਾ ਦਾਨ, ਗਰੀਬਾਂ ਮਜ਼ਲੂਮਾਂ ਯਤੀਮਾਂ ਦੀ ਰੱਖਿਆ ਕਰਨ ਦਾ ਦਾਨ, ਵਿਦਿਆ ਦਾ ਦਾਨ, ਆਪਣੇ ਖਾਲਸੇ ਨੂੰ ਰਾਜੇ ਮਹਾਰਾਜੇ ਬਣਾਉਣ ਦਾ ਦਾਨ, ਔਰ ਵਿਵੇਕ ਦਾਨ ਜੋ ਸਾਰਿਆਂ ਨਾਲੋਂ ਵੱਡਾ ਹੈ। ਬ੍ਰਹਮ ਗਿਆਨ ਸਮਦਾਨ ਨੇ ਧਰਮ ਨਾ ਦਇਆ ਸਮਾਨ। ਇਹੋ ਜਿਹਾ ਦਾਨ ਅੱਜ ਤੱਕ ਕਿਸੇ ਗੁਰੂ ਪੀਰ ਪੈਗੰਬਰ ਔਲੀਏ ਅਵਤਾਰ ਨੇ ਆਪਣੀ ਪ੍ਰਜਾ ਨੂੰ ਨਹੀਂ ਬਖਸ਼ਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੀਨੋ ਦਾਨ ਨਾ ਕੋ ਸਮ। ਇਹ ਵੀ ਬਚਨ ਭਾਈ ਸਾਹਿਬ ਜੀ ਨੇ ਲਿਖੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਦੀਨੋ ਦਾਨ ਕੋ ਨਾ ਸਮ। ਦਿਨ ਦਿਨ ਦੋਨੋਂ ਚੌਨੋ ਹੋਤ ਹੈ। ਇਹ ਦਾਨ ਕੀਤਾ ਹੋਇਆ ਘਟਿਆ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵੱਧਦਾ ਜਾਣਾ। ਰੋਜ਼ਾਨਾ ਹੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਬੜੇ ਹੋ ਜੇ ਕਵਿਤ ਕਹਿ ਲਓ, ਸਵਈਏ ਕਵੀ ਜਨ ਆਪਣੇ ਵੱਲੋਂ ਰਚ ਕਰਕੇ ਸੁਣਾਇਆ ਕਰਦੇ ਸੀ। ਜਦੋਂ ਕਿਤੇ ਮਹਾਰਾਜ ਦੀ ਖੁਸ਼ੀ ਪ੍ਰਸੰਨਤਾ ਮਨ ਦੇ ਅੰਦਰ ਪੈਦਾ ਹੋ ਗਈ, ਬੜੀਆਂ ਦਾਤਾਂ ਖੁੱਲ੍ਹੇਗਾ ਫਿਰ ਉਹਨਾਂ ਨੂੰ ਫਿਰ ਮਾਇਆ ਦੇ ਵੀ ਬਖਸ਼ਿਆ ਕਰਦੇ ਸਨ। ਮਾਤਾ ਜੀ ਦੇ ਪਾਸ ਆ ਕਰਕੇ ਇੱਕ ਦਿਨ ਮਸੰਦਾਂ ਨੇ ਫਰਿਆਦ ਕੀਤੀ ਵੀ ਅਸੀਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਦੇ ਲਓ ਕਿਤਨੀ ਦਸਵੰਧੀ ਮਾਇਆ ਲਿਆ ਕਰਕੇ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਿਆ ਕਰਦੇ ਸੀ, ਪਰ ਗਲਤੀ ਥੋੜਿਆਂ ਦੀ, ਪਰ ਸਾਰੇ ਮਸੰਦ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਾਣੇ ਬੰਦ ਕਰ ਦਿੱਤੇ ਹਨ। ਕਹਿਣ ਲੱਗੇ ਮਾਤਾ ਜੀ ਫਿਰ ਆਪਣਾ ਗੁਰੂ ਘਰ ਦਾ ਇਤਨਾ ਵੱਡਾ ਜਿਹੜਾ ਪ੍ਰਬੰਧ ਕਿਵੇਂ ਚੱਲੂਗਾ? ਮਾਇਆ ਆਊ ਤਾਂ ਫਿਰ ਯੋਧੇ ਸੂਰਮਿਆਂ ਨੂੰ ਤਨਖਾਹ ਵੀ ਦੇਣੀਆਂ ਨੇ। ਲੰਗਰ ਦਾ ਬਥੇਰਾ ਸਮਾਨ ਖਰੀਦ ਕਰਕੇ ਲਿਆਉਣਾ ਪੈਂਦਾ। ਉਹਨਾਂ ਵਿਚਾਰਿਆਂ ਨੇ ਬਹੁਤ ਹੀ ਸਤਿਕਾਰਯੋਗ ਜਗਤ ਮਾਤਾ ਗੁਜਰ ਕੌਰ ਜੀ ਦੇ ਚਰਨਾਂ 'ਚ ਬੜੀਆਂ ਫਰਿਆਦਾਂ ਕੀਤੀਆਂ। ਇਹ ਰੱਬ ਦੇ ਪਿਆਰਿਆਂ ਦਾ ਬਹੁਤ ਵੱਡਾ ਗੁਣ ਹੁੰਦਾ ਹੈ। ਪਰ ਦੁੱਖ ਪਿਖ ਹੋਵੇ ਦੁਖੀ, ਪਰ ਸੁਖ ਪਿਖ ਹਰਿ ਕਾਏ। ਮੋਗਤ ਪੰਥ ਨਿਦਨ ਪਰੇ, ਤਿਨ ਸੰਤਨ ਪਰ ਪਾਏ। ਵੀ ਮਹਾਂਪੁਰਖ ਰੱਬ ਦੇ ਪਿਆਰੇ ਦੂਜਿਆਂ ਨੂੰ ਦੁਖੀ ਦੇ ਕਰਕੇ ਉਹਨਾਂ ਦਾ ਹਿਰਦਾ ਬੜਾ ਪਿਘਲ ਜਾਇਆ ਕਰਦਾ ਹੈ। ਹੁਣ ਜਦੋਂ ਮਸੰਦਾਂ ਨੇ ਵੀ ਮਾਤਾ ਜੀ ਦੇ ਅੱਗੇ ਵਾਰ-ਵਾਰ ਹੱਥ ਜੋੜੇ ਬੜੀਆਂ ਮਿੰਨਤਾਂ ਤਰਲੇ ਕੀਤੇ ਸਨ। ਇਹ ਦੇ ਕਰਕੇ ਮਾਤਾ ਜੀ ਦੇ ਮਨ ਦੇ ਵਿੱਚ ਵੀ ਬੜਾ ਰਹਿਮ ਭਰ ਚੁੱਕਿਆ ਸੀ।
ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਹੇ ਤਿਨਹੁ ਕੀ ਇੱਕ ਦਿਨ ਮਾਈ। ਜ਼ਿਆਦਾ ਵਿਚਾਰੇ ਮਸੰਦਾ ਨੇ ਬਾਰ-ਬਾਰ ਮਾਤਾ ਜੀ ਦੇ ਅੱਗੇ ਹੱਥ ਜੋੜੇ। ਇਹ ਸੁਣ ਕਰਕੇ ਇੱਕ ਦਿਨ ਮਾਤਾ ਜੀ ਆਪਣੇ ਪਿਆਰੇ ਲਾਲ ਸਤਿਗੁਰੂ ਜੀ ਦੇ ਪਾਸ ਪਹੁੰਚੇ ਸਨ। ਸੋਢੀ ਬੰਸ ਮੁਕਟ ਢਿੱਗ ਆਈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਸ ਸਮੇਂ ਇਕਾਂਤ ਦੇ ਵਿੱਚ ਬੈਠੇ ਸਨ। ਕਹਿਤ ਭਈ ਬੇਟਾ ਸੁਣ ਅਬੈ। ਉਸ ਸਮੇਂ ਮਾਤਾ ਜੀ ਕਹਿ ਲੱਗੇ ਪੁੱਤਰ ਜੀ ਦੇਖੋ ਉਹ ਜਿਹੜੀ ਮਸੰਦਾਪਣੇ ਦੀ ਪ੍ਰਥਾ ਗੁਰੂ ਬਾਬਾ ਜੀ ਦੇ ਦਰ ਕਰਤਾ ਦੇ ਵਿੱਚ ਪਹਿਲਾਂ ਤੋਂ ਹੀ ਚਲੀ ਆਉਂਦੀ ਹੈ। ਕਿਮ ਸੰਸਾਰ ਕੋ ਕਾਰਜ ਨਿਭੈ। ਵੀ ਮਾਇਆ ਤੋਂ ਬਗੈਰ ਆ ਜਿਹੜੇ ਆਪਣੇ ਸੰਸਾਰਕ ਵਿਵਹਾਰ ਕਿਵੇਂ ਪੂਰੇ ਹੋ ਸਕਦੇ ਹਨ। ਕਿਮ ਲੰਗਰ ਸਿੰਘਨ ਕੋ ਹੋਈ। ਆ ਦੇਖੋ ਉੱਠੇ ਪੈਰ ਪੁਰਾਦਨ ਕਿਤਨੇ ਵੱਡੇ ਵੱਡੇ ਆਪਣੇ ਲੰਗਰ ਵੀ ਚੱਲਦੇ ਰਹਿੰਦੇ ਹਨ। ਬੰਦ ਕਾਰ ਸੰਗਤ ਕੀ ਜੋਈ। ਜਿਹੜੀ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਪ੍ਰੇਮੀਆਂ ਦੇ ਕੋਲੋਂ ਇਹ ਵੱਡੇ ਵੱਡੇ ਮਸੰਦ ਨਾ ਆਪਣੀ ਦਸਵੰਧ ਦੀ ਮਾਇਆ ਲਿਆਇਆ ਕਰਦੇ ਸੀ, ਉਹ ਤਾਂ ਸਾਰੇ ਤੁਸੀਂ ਬੰਦ ਕਰ ਦਿੱਤੇ ਹਨ। ਸਿਰੇ ਪਾਓ ਲਈ ਸਿੱਖ ਵਡੇਰੀ। ਵੱਡੇ ਵੱਡੇ ਮੁਖੀਆਂ ਪ੍ਰਬੰਧਕਾਂ ਨੂੰ ਸਿਰੋਪਾਵ ਦੇ ਨਾਲ ਉਹਨਾਂ ਦਾ ਫਿਰ ਮਾਇਆ ਦੇ ਰੂਪ ਦੇ ਵਿੱਚ ਵੀ ਮਾਨ ਸਤਿਕਾਰ ਕਰਨਾ ਹੀ ਪੈਂਦਾ ਹੈ। ਇਤਿਆਦਿਕ ਜੀ ਕਾਜ ਕਨੀਰੀ। ਹੁਣ ਇਹੋ ਜਿਹੇ ਵੱਡੇ ਵੱਡੇ ਜਿਹੜੇ ਗੁਰੂ ਘਰ ਦੇ ਕਾਰਜ ਇਹ ਤਾਂ ਫਿਰ ਧਨ ਦੇ ਨਾਲ ਹੀ ਪੂਰੇ ਹੋ ਸਕਣੇ ਹਨ। ਕਿਮ ਨਿਰਵਾਹੋ ਬਿਨਾ ਧਨ ਆਈ। ਜੇ ਮਾਇਆ ਨਹੀਂ ਧਨ ਨਹੀਂ ਆਊਗਾ ਸੰਗਤਾਂ ਦੇ ਪਾਸੋਂ ਫਿਰ ਲੰਗਰ ਹੈ ਜੋ ਦੇ ਸੂਰਮਿਆਂ ਨੂੰ ਜੋ ਵੀ ਮਹੀਨੇ ਤੋਂ ਬਾਅਦ ਤਨਖਾਹ ਦੇਣੀਆਂ ਹੈ ਕਿਵੇਂ ਪੂਰੀਆਂ ਹੋ ਸਕਦੀਆਂ ਹਨ। ਸਾਗਰੀ ਬਰਜ ਮਸੰਦ ਹਟਾਈ। ਆ ਸਮੇਂ ਮਾਤਾ ਜੀ ਸਤਿਗੁਰੂ ਜੀ ਨੂੰ ਆਪਣੇ ਪਾਸ ਬਿਠਾ ਕਰਕੇ ਬੜੇ ਪਿਆਰ ਦੇ ਨਾਲ ਇਹੋ ਜਿਹੇ ਬਚਨ ਕਰਨ ਲੱਗ ਪਏ ਸਨ। ਪੱਖ ਕੀ ਬਾਤ ਮਾਤ ਤੇ ਸੁਣੀ। ਹੁਣ ਸਤਿਗੁਰੂ ਜੀ ਤਾਂ ਸਰਬੱਗਨ ਨੇ ਅੰਤਰ ਜਾਮੀ ਨੇ ਤਰਕਾਲ ਦਰਸ਼ੀ ਹਨ। ਗੁਰ ਕੀ ਰਿਧੀ ਭਈ ਰਿਸ ਕਾਨੀ। ਉਸ ਸਮੇਂ ਸਤਿਗੁਰੂ ਜੀ ਫਿਰ ਮਾਤਾ ਜੀ ਦੇ ਅੱਗੇ ਆਪਣੇ ਵੱਲੋਂ ਬੇਨਤੀ ਕਰਨ ਲੱਗੇ ਸਨ। ਸੁਣ ਕਰ ਡਰ ਉਰ ਸਿੰਘਨ ਧਾਰਾ। ਕਵੀ ਜੀ ਨੇ ਇਸ ਥਾਂ ਤੇ ਇਹੋ ਜਿਹੇ ਬਚਨ ਲਿਖੇ ਵੀ ਹਨ, ਪਰ ਜਦੋਂ ਆਪਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਪੜ੍ਹਦੇ ਹਾਂ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਵੀ ਸਤਿਗੁਰੂ ਜੀ ਦੇ ਹਿਰਦੇ ਦੇ ਅੰਦਰ ਆਪਣੇ ਮਾਤਾ ਪਿਤਾ ਦੇ ਪ੍ਰਤੀ ਕਿਤਨਾ ਜਿਹੜਾ ਮਾਣ ਸਤਿਕਾਰ ਭਰਿਆ ਹੋਇਆ ਸੀ। ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਪਏ ਪ੍ਰਸੰਨ ਗੁਰਦੇਵਾ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਇਸੇ ਤਰ੍ਹਾਂ ਮਾਤਾ ਗੁਜਰ ਕੌਰ ਜੀ ਦੀ ਕਿਤਨੀ ਵਡਿਆਈ ਤਾਰੀਫ ਰਸਨਾ ਦੇ ਨਾਲ ਕਰਦੇ ਨੇ। ਤਾਤ ਮਾਤ ਮੋਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਅਲਾਕੀ ਸੇਵਾ।
ਤਾਤੈ ਪੈ ਪ੍ਰਸੰਨ ਗੁਰ ਦੇਵਾ, ਮੁਰਪਤ ਪੂਰਵਸ ਕੀਅਸ ਪਿਆਨਾ, ਪਾਤ ਪਾਤ ਕੈ ਤੀਰਥ ਨਾਨਾ, ਜਾਵੀ ਜਾਤ ਤਰਵੈਣੀ ਪੈ, ਪੁੰਨ ਦਾਨ ਦਿਨ ਕਰਤ ਬਤੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਰਸਨਾ ਤੋਂ ਕਦੇ ਵੀ ਉਹ ਬਚਨ ਕਹਿ ਨਹੀਂ ਸਕਦੇ ਹਨ। ਹੱਥ ਜੋੜ ਕਰ ਬਿਨੈ ਉਚਾਰਾ, ਉਸ ਸਮੇਂ ਸਤਿਗੁਰੂ ਜੀ ਮਾਤਾ ਜੀ ਦੇ ਅੱਗੇ ਫਿਰ ਬੇਨਤੀ ਕਰਨ ਲੱਗ ਪਏ ਸਨ। ਰਾਬਰ ਬਾਕ ਰਾਮ ਕੀ ਬਾਨਾ, ਐ ਗਰੀਬਨ ਵਾ ਸੱਚੇ ਪਾਤਸ਼ਾਹ ਆਪਦੇ ਕੀਤੇ ਹੋਏ ਬਚਨ ਇਹਦਾ ਫਿਰ ਭਗਵਾਨ ਰਾਮਚੰਦਰ ਜੀ ਦੇ ਬਾਣਾ ਦੇ ਸਮਾਨ ਸਦਾ ਦੇ ਲਈ ਅਟਲ ਹੋਇਆ ਕਰਦੇ ਨੇ। ਇਹਨਾਂ ਨੂੰ ਕੋਈ ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਮੋੜਨ ਵਾਲਾ ਨਹੀਂ ਹੈ। ਨਿਸ਼ਫਲ ਹੋਤ ਨਹੀਂ ਸਭ ਜਾਨਾ, ਆਪਦੇ ਬਚਨਾਂ ਨੂੰ ਕਿਹੜਾ ਲੋਕ ਪਰਲੋਕ ਦੇ ਵਿੱਚ ਵਾਪਸ ਮੋੜ ਸਕਦਾ ਹੈ। ਕਿਰਪਾ ਕਰੋ ਸਭ ਕੋ ਰਖ ਲੀਜੈ, ਇਹ ਗਰੀਬਨ ਵਾ ਸੱਚੇ ਪਾਤਸ਼ਾਹ ਇਹਨਾਂ ਵਿਚਾਰਿਆਂ ਨੇ ਆਪ ਦੇ ਘਰ ਦੇ ਵਿੱਚ ਹੀ ਰਹਿ ਕਰਕੇ ਗੁਜ਼ਾਰਾ ਚਲਾਉਣਾ ਹੈ। ਭਲੀ ਬਾਕ ਸਭ ਕੋ ਕਹਿ ਦੀਜੈ, ਆਪ ਦੇ ਪਾਵਨ ਬਚਨ ਸੁਣਨ ਕਰਕੇ ਤਾਂ ਸੰਗਤਾਂ ਦੇ ਮਨ ਦੇ ਵਿੱਚ ਬੜੀ ਸ਼ਾਂਤੀ, ਬੜੀ ਚੈਨ, ਟਹਿਕਾ ਪੈਦਾ ਹੋ ਜਾਇਆ ਕਰਦਾ ਹੈ। ਸੁਣ ਸ਼੍ਰੀ ਮੁਖ ਤੇ ਬਹੁਰ ਉਚਾਰੀ, ਇਹ ਸੁਣ ਕਰਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਕਹਿਣ ਲੱਗੇ ਸੀ, ਬਾਬਾ ਨਾਨਕ ਜਗ ਗੁਰ ਭਾਰੀ, ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਹਾਰ ਪੇਰ ਜਗਤ ਗੁਰ ਬਾਬਾ ਸਤਿਗੁਰੂ ਜੀ ਨੇ ਵੀ ਬੜੇ ਹੋ ਜਾਏ ਅਗੰਮੀ ਬਚਨ ਸੰਗਤਾਂ ਦੇ ਵਿੱਚ ਕੀਤੇ ਸੀ। ਕਿਨਹੁ ਕਹੀ ਬਾਕਨ ਅਬਰਾਮੀ, ਜਾਂ ਸਤਿਗੁਰੂ ਜੀ ਨੇ ਭਵਿੱਖਤ ਬਚਨ ਪਹਿਲਾਂ ਹੀ ਰਸਨਾ ਤੋਂ ਸੁਣਾ ਦਿੱਤੇ ਸਨ। ਵਰਤੋਂ ਗਾ ਪਹਿਰੋਂ 10 ਜਾਮੇ, ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਿਰਗੁਣ ਤੋਂ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਵੀ ਅਸੀਂ ਇੱਕ ਨਿਰਗੁਣ ਤੋਂ ਸਰਗੁਣ ਰੂਪ ਦੇ ਵਿੱਚ ਹੋ ਕਰਕੇ ਨਾ ਇਹ ਜਿਹੜੇ 10 ਮਨੁੱਖਾ ਜਾਮੇ ਧਾਰਨ ਕਰਨੇ ਹਨ। ਗੁਰੂ ਬਾਬਾ ਜੀ ਤਾਂ ਦੁਨੀਆ ਦੇ ਵਿੱਚ ਇਸੇ ਵਾਸਤੇ ਹੀ ਪ੍ਰਗਟ ਹੋਏ ਸੀ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਤੋਏ ਰਹਿ ਰਾਸ ਕਰ, ਚਰਨ ਅੰਮ੍ਰਿਤ ਸਿੱਖਾ ਪੀ ਲਾਇਆ। ਸੋਹਣੀ ਪੁਕਾਰ ਦਾਤਾਰ ਪ੍ਰਭ, ਜਦੋਂ ਕਲ ਜੁਗੀ ਜੀਵਾਂ ਦੀਆਂ ਫਰਿਆਦਾਂ ਪੁਕਾਰਾਂ ਨਿਰੰਕਾਰ ਦੀ ਦਰਗਾਹ ਦੇ ਵਿੱਚ ਪੁੱਜੀਆਂ ਸਨ। ਸੋਹਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਆ ਜਿਹੜੀ ਧਰਤੀ ਇਹ ਵੀ ਵਾਰ-ਵਾਰ ਆਪਣੇ ਵੱਲੋਂ ਫਰਿਆਦਾਂ ਜੋਦਣੀਆਂ ਬੇਨਤੀਆਂ ਕਰ ਰਹੀ ਸੀ। ਕਲਮਲ ਹੋਈ ਮੈਦਨੀ ਅਰਦਾਸ ਕਰੇ ਲੈ ਬੁਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸਵਾਏ। ਗੁਰੂ ਬਾਬਾ ਜੀ ਨੇ ਅਗੰਮੀ ਵਚਨ ਕੀਤੇ ਸੰਗਤਾਂ 'ਚ ਵੀ ਅਸੀਂ ਆ ਜੀਵਾਂ ਦੇ ਭਲੇ ਵਾਸਤੇ ਜਿਹੜੇ 10 ਮਨੁੱਖੀ ਜਾਮੇ ਧਾਰਨ ਕਰਨੇ ਹਨ। ਪਾਣਾ ਇਸੀ ਤਰ੍ਹਾਂ ਸਭ ਹੋਵੇ, ਜੋ ਕਰਤਾਰ ਦਾ ਜਿਹੜਾ ਪਾਣਾ ਇਸੇ ਤਰ੍ਹਾਂ ਹੀ ਹੋ ਕਰਕੇ ਰਹਿਣਾ ਹੈ। ਕਰੀ ਪਰਮੇਸ਼ਵਰ ਕੀ ਕੋ ਖੋਵੇ, ਹੁਣ ਜਿਹੜੀ ਪਰਮਾਤਮਾ ਦੀ ਰਜ਼ਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਕਿਹੜਾ ਟਾਲ ਸਕਦਾ ਹੈ। ਸੁਨ ਮਾਤਾ ਤੂਸ਼ਨ ਹੋਏ ਰਹੀ, ਇਹੋ ਜਿਹੇ ਪ੍ਰਵਚਨ ਸੁਣ ਕਰਕੇ ਮਾਤਾ ਜੀ ਵੀ ਉਸ ਸਮੇਂ ਚੁੱਪ ਹੋ ਗਏ ਸਨ। ਕੇਤਕ ਬਾਰ ਮਹਿ ਸੁਤ ਸਨ ਕਹੀ, ਕੁਝ ਕੁ ਟਾਈਮ ਤੋਂ ਬਾਅਦ ਫਿਰ ਮਾਤਾ ਜੀ ਆਪਣੇ ਪਿਆਰੇ ਸਾਹਿਬਜ਼ਾਦੇ ਦੇ ਨਾਲ ਇਹੋ ਜਿਹੇ
ਪ੍ਰਵਚਨ ਕਰਨ ਲੱਗ ਪਏ ਸਨ। ਬਖਸ਼ੋ ਦੇਹੋ ਸਭ ਕੋ ਵਡਿਆਈ। ਐ ਲਾਲ ਜੀ, ਹੁਣ ਤੁਸੀਂ ਹੀ ਆਪਣੇ ਸੇਵਕਾਂ ਦਾਸਾਂ ਨੂੰ ਸਦਾ ਦੇ ਲਈ ਬਖਸ਼ਣ ਵਾਲੇ ਹੋ। ਸੁਨੋ ਬੇਨਤੀ ਠਾਕਰ ਮੇਰੇ, ਜੀ ਜੰਤ ਤੇਰੇ ਤਾਰੇ ਰਾਖ ਪੈਜ, ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਚਾਹੇ ਬੁਰੇ ਨੇ ਚੰਗੇ ਨੇ, ਹੈ ਤਾਂ ਆਪਦੇ ਚਰਨਾਂ ਦੇ ਸੇਵਕ ਦਾਸ ਬਣੇ ਹੋਏ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਇਹ ਵੀ ਵਾਰ-ਵਾਰ ਆਪਦੇ ਅੱਗੇ ਬੇਨਤੀਆਂ ਕਰਦੇ ਹਨ। ਸਿੱਖ ਸੇਵਕ ਤੁਮਰੋ ਪਰਵਾਰੂ। ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਆ ਜੋ ਸੰਗਤਾਂ ਸੇਵਕ ਦਾਸ ਹੀ ਮਾਨੋ ਆਪਦੀ ਬਹੁਤ ਵੱਡਾ ਪਰਿਵਾਰ ਬਣਿਆ ਹੋਇਆ ਹੈ। ਕਹੀਏ ਹੈ ਜਿਮਾ ਪ੍ਰਾਪਤ ਸੁਖ ਭਾਰੂ। ਇਹੋ ਜਿਹੇ ਬਚਨ ਕਰੋ ਰਸਨਾ ਤੋਂ ਵੀ ਜਿਹਦੇ ਨਾਲ ਇਹਨਾਂ ਸੇਵਕਾਂ ਨੂੰ ਦਾਸਾਂ ਨੂੰ ਪ੍ਰੇਮੀਆਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣ। ਇਹੋ ਜਿਹੇ ਬਚਨ ਸੁਣ ਕਰਕੇ ਇਹਨਾਂ ਦੇ ਮਨਾਂ ਦੇ ਵਿੱਚ ਵੀ ਵਿਚਾਰਿਆਂ ਦੇ ਸ਼ਾਂਤੀ ਜੀ ਪੈਦਾ ਹੋ ਜਾਂਦੀ ਹੈ। ਗੁਰ ਬੋਲੇ ਸੁਨ ਮਾਤ ਮਹਾ ਹਿਤ। ਉਹ ਸਮੇਂ ਸਤਿਗੁਰੂ ਜੀ ਵੀ ਫਿਰ ਬੜੇ ਪਿਆਰ ਦੇ ਨਾਲ ਮਾਤਾ ਜੀ ਦੇ ਅੱਗੇ ਬਚਨ ਕਰਨ ਲੱਗ ਪਏ ਸਨ। ਕਰੋ ਖਾਲਸੇ ਕੋ ਤੁਮ ਸਾਬਿਤ। ਵੀ ਆ ਜਿਹੜਾ ਮੇਰਾ ਖਾਲਸਾ ਪੰਥ, ਇਹ ਤੁਹਾਡੀ ਕਿਰਪਾ ਦੇ ਨਾਲ ਬੜਾ ਮਜ਼ਬੂਤ ਹੋਣਾ ਹੈ। ਰਹਿਤ ਕਹਿਤ ਕੀ ਸਹਿਤ ਆਚਾਰੀ। ਹੁਣ ਜਿਹੜੇ ਰਹਿਣੀ ਹੈ, ਕਹਿਣੀ ਹੈ, ਬਹਿਣੀ ਹੈ, ਰਹਿਤਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਵਾਲੇ ਹਨ। ਬੀਚ ਖਾਲਸੇ ਜੋਤ ਹਮਾਰੀ। ਸਾਡੀ ਜਿਹੜੀ ਜੋਤ ਹੈ ਨਾ, ਖਾਲਸੇ ਦੇ ਅੰਦਰ ਹੀ ਸਦਾ ਵਾਸਤੇ ਵਰਤਦੀ ਰਹਿਣੀ ਹੈ। ਭਲੋ ਖਾਲਸਾ ਹੀ ਸਭ ਕਰ ਹੈ। ਉਹ ਮੇਰੇ ਖਾਲਸੇ ਨੇ ਸਾਰਿਆਂ ਦੀ ਕਲਿਆਣ ਕਰ ਦੇਣੀ ਆਉਣ ਵਾਲੇ ਸਮੇਂ 'ਚ। ਜਗਤ ਰਾਜ ਜਿਨ ਕੇ ਅਨੁਸਰ ਹੈ। ਆ ਜਿਹੜਾ ਜਗਤ ਦਾ ਰਾਜ ਭਾਗ ਉਹ ਵੀ ਮੇਰੇ ਖਾਲਸੇ ਦੇ ਅਨੁਸਾਰ ਹੋ ਜਾਏਗਾ। ਹਿਮ ਸੁਨ ਕਰ ਜਨਨੀ ਤਬ ਗਈ। ਇਹੋ ਜਿਹੇ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਤੋਂ ਸੁਣ ਕਰਕੇ ਮਾਤਾ ਜੀ ਵੀ ਆਪਣੇ ਬੜੇ ਸੁੰਦਰ ਮਹਿਲਾਂ 'ਚ ਵਾਪਸ ਚਲੇ ਗਏ ਸਨ। ਬੈਠੀ ਜਾਈ ਕਿਤਕ ਸਿੱਖ ਆਈ। ਜਦੋਂ ਮਾਤਾ ਜੀ ਆਪਣੇ ਰਹਿਸੀ ਸਥਾਨ 'ਤੇ ਚਲੇ ਗਏ, ਉਸ ਸਮੇਂ ਜਿਹੜੇ ਵਿਚਾਰੇ ਮਸੰਦ ਦੁਖੀ ਗੁਰ ਸਿੱਖ ਬਹੁਤ ਸਾਰੇ ਮਾਤਾ ਜੀ ਦੇ ਪਾਸ ਪਹੁੰਚ ਗਏ ਹਨ। ਜਿਮ ਬੀਤੀ ਤਿਮ ਬਾਤ ਚਲਾਈ। ਜਿਵੇਂ ਜਿਵੇਂ ਦਸ਼ਮੇਸ਼ ਪਿਤਾ ਨੇ ਕੀਤੇ ਬਚਨ, ਉਸੇ ਤਰ੍ਹਾਂ ਫਿਰ ਮਾਤਾ ਜੀ ਨੇ ਇਹਨਾਂ ਨੂੰ ਵੀ ਦੱਸ ਦਿੱਤੇ ਸੀ। ਕਠਨ ਸੁਭਾਵ ਮਸੰਦਨ ਕਹਿਓ। ਪਰ ਫਿਰ ਵੀ ਮਸੰਦਾਂ ਨੇ ਦੇਖ ਲਿਆ ਵੀ ਸਤਿਗੁਰੂ ਜੀ ਹੁਣ ਆਪਣੀ ਮੌਤ ਦੇ ਵਿੱਚ ਹੀ ਵਰਤਦੇ ਹਨ। ਜਿਨ ਕੇ ਮੋਹ ਲੇਸ਼ ਨਹਿ ਲਹਿਓ। ਜਿਨ੍ਹਾਂ ਜਿਨ੍ਹਾਂ ਮਸੰਦਾਂ ਨੇ ਕੋਈ ਖੋਟ ਕੀਤੇ ਸਨ, ਉਹਨਾਂ ਨੂੰ ਫਿਰ ਮਹਾਰਾਜ ਨੇ ਪਹਿਲਾਂ ਮਾੜੀਆਂ ਮੋਟੀਆਂ ਸਜ਼ਾਵਾਂ ਵੀ ਭੁਗਤਾ ਦਿੱਤੀਆਂ ਸਨ। ਕਰੈ ਬਚਨ ਸੋ ਜਾਤ ਨਾ ਖਾਲੀ। ਕਹਿਣ ਲੱਗੇ ਮਾਤਾ ਜੀ ਵੀ ਮਹਾਰਾਜ ਦਾ ਬਚਨ ਕੀਤਾ ਹੋਇਆ ਉਹ ਕਦੇ ਐਵੇਂ ਵਿਅਰਥ ਤਾਂ ਨਹੀਂ ਜਾ ਸਕਦਾ ਹੈ। ਤਤ ਚਿਨ ਪਲੈ ਸੁਖ ਕੀ ਦੁਖ ਨਾਲੀ। ਚਾਹੇ ਦੁੱਖ ਦੇ ਚਾਹੇ ਸੁੱਖ ਦੇ ਬਚਨ ਤਾਂ ਉਸੇ ਟਾਈਮ ਹੀ ਪੂਰੇ ਹੋ ਜਾਂਦੇ ਹਨ। ਵਿਪਰੈ ਕਹਿ ਸ਼ਕਤ ਕਿਸ ਮਾਹੀ। ਹੁਣ ਦਸ਼ਮੇਸ਼ ਪਿਤਾ ਦਾ ਤੇਜ ਪ੍ਰਤਾਪ ਇਤਨਾ ਸੀ, ਕੋਈ ਵੀ ਜਾ ਕੇ ਸਾਹਮਣੇ ਹੋ ਕੇ ਮਹਾਰਾਜ ਦੇ ਨਾਲ ਬਚਨ ਬਿਲਾਸ ਨਹੀਂ ਸੀ ਕਰ ਸਕਦਾ। ਦਰਸ਼ਨ ਕਰਨ ਦੇ ਨਾਲ ਸਾਰਿਆਂ ਦੇ ਮਨ ਦੇ ਅੰਦਰ ਬੜਾ ਡਰ, ਬੜਾ ਭੈ ਪੈਦਾ ਹੋ ਜਾਂਦਾ ਸੀ। ਇਤਨਾ ਤੇਜ ਪ੍ਰਤਾਪ ਵੀ ਕੋਈ ਸਾਹਮਣੇ ਨੇਤਰ ਭਰ ਕੇ ਵੀ
ਦੇਖ ਨਹੀਂ ਸਕਦਾ ਹੈ। ਬੋਲੇ ਸਮੁਖ ਅਦਕ ਡਰ ਪਾਹੀ। ਹੁਣ ਫਿਰ ਅੱਗੇ ਉਹ ਕਰਕੇ ਕਿਹੜਾ ਇਹੋ ਜਿਹਾ ਬਚਨ ਬਿਲਾਸ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲ ਕਰ ਸਕਦਾ ਹੈ। ਕਹਿਬੇ ਕੋ ਤੁਮ ਉਚਿਤ ਵਿਸਾਲੀ। ਪਸੰਦ ਕਹਿ ਲਗੇ ਮਾਤਾ ਜੀ ਵੀ ਸਾਨੂੰ ਤਾਂ ਮਨ ਦੇ ਵਿੱਚ ਦਰਸ਼ਨ ਕਰਨ ਦੇ ਨਾਲ ਹੀ ਬੜਾ ਡਰ ਬੜਾ ਭੈ ਪੈਦਾ ਹੋ ਜਾਂਦਾ ਹੈ। ਆਪ ਤੋਂ ਬਗੈਰ ਤਾਂ ਹੁਣ ਜਾ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਬੇਨਤੀ ਵੀ ਕਰਨੀ ਬੜੀ ਔਖੀ ਹੋ ਜਾਂਦੀ ਹੈ। ਸ਼੍ਰੀ ਗੁਜਰੀ ਤਬ ਸਭਨ ਸੁਨਾਈ। ਆਪ ਦਾ ਬਿਨਾ ਜਾ ਕਰਕੇ ਸਾਡੇ ਦੁੱਖਾਂ ਸੁੱਖਾਂ ਨੂੰ ਕੋਈ ਵੀ ਮਹਾਰਾਜ ਦੇ ਪਾਸ ਦੱਸ ਨਹੀਂ ਸਕਦਾ ਹੈ। ਇੱਕ ਦਿਨ ਜਲ ਕ੍ਰੀੜਾ ਕਹੋ ਆਦ। ਮਾਤਾ ਜੀ ਕਹਿ ਲੱਗੇ ਵੀ ਇਹਨਾਂ ਦਾ ਜਿਹੜਾ ਬੇਪਰਵਾਹੀ ਦਾ ਸੁਭਾਅ ਇਹ ਬਚਪਨ ਤੋਂ ਹੀ ਪੱਕਿਆ ਹੋਇਆ ਹੈ। ਛਿੰਟਨ ਦੀਤ ਪਰਸ ਪਰ ਫਿਰੈ। ਜਦੋਂ ਗੋਬਿੰਦ ਰਾਏ ਜੀ ਬਾਲਕ ਅਵਸਥਾ ਦੇ ਵਿੱਚ ਦਰਿਆ 'ਚ ਜਾ ਕਰਕੇ ਉਸ ਸਮੇਂ ਬੱਚਿਆਂ ਦੀਆਂ ਦੋ ਟੋਲੀਆਂ ਬਣਾ ਲੈਣੀਆਂ ਆਪਸ ਵਿੱਚ ਹੀ ਫਿਰ ਬੜਾ ਇੱਕ ਦੂਜੇ ਦੇ ਨਾਲ ਮੁਕਾਬਲਾ ਵੀ ਦਰਿਆ ਦੇ ਵਿੱਚ ਹੀ ਸਤਿਗੁਰੂ ਜੀ ਕਰਵਾਇਆ ਕਰਦੇ ਸਨ। ਰਾਏ ਗੁਲਾਬ ਸ਼ਿਆਮ ਸਿੰਘ ਯਾਦ। ਇਸੇ ਤਰ੍ਹਾਂ ਬਾਬਾ ਸੂਰਜਮਲ ਜੀ ਦੇ ਜਿਹੜੇ ਪੋਤਰੇ ਗੁਲਾਬ ਰਾਏ ਤੇ ਬਾਬਾ ਸ਼ਿਆਮਦਾਸ ਜੀ ਸਨ। ਬਾਲਕ ਬੈ ਖੇਲੈ ਅਹਲਾਦ। ਇਹ ਸਾਰੇ ਹੀ ਬਾਲਕ ਅਵਸਥਾ 'ਚ ਇਕੱਠੇ ਹੋ ਕਰਕੇ ਖੇਲਿਆ ਕਰਦੇ ਸਨ। ਜਰੀ ਜਵਾਹਰ ਜਾਹਰ ਜੋਤ। ਉਸ ਸਮੇਂ ਸਤਿਗੁਰੂ ਜੀ ਦਾ ਜਿਹੜਾ ਨੂਰਾਨੀ ਚਿਹਰਾ ਇਹ ਫਿਰ ਜੇਠਾੜ ਦੇ ਸੂਰ ਦੇ ਸਮਾਨ ਬੜਾ ਹੀ ਚਮਕਿਆ ਕਰਦਾ ਸੀ। ਬਹੁ ਮੋਲੀ ਕੰਕਨ ਕਰ ਹੋਤ। ਮਾਤਾ ਜੀ ਕਹਿ ਲੱਗੇ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਸੋਨੇ ਦੇ ਕੜੇ ਜਿਨ੍ਹਾਂ ਦੇ ਵਿੱਚ ਹੀਰੇ ਵੀ ਜਵਾਹਰਾਤ ਤੇ ਨਿੱਕੇ ਨਿੱਕੇ ਕੱਟ ਕਰਕੇ ਜੜੇ ਹੋਏ ਸਨ। ਜਲਮ ਹੈ ਈਕ ਕਟਕ ਗਿਰ ਪਰਿਓ। ਖੇਲਦਿਆਂ ਨਾ ਇੱਕ ਜਿਹੜਾ ਸੋਨੇ ਦਾ ਕੜਾ ਪਾਣੀ ਦੇ ਵਿੱਚ ਡਿੱਗ ਪਿਆ ਸੀ। ਨਹੀਂ ਨਿਹਾਰ ਸੰਭਾਰਨ ਕਰਿਓ। ਦੁਬਾਰਾ ਮੇਰੇ ਲਾਲ ਨੇ ਉਸ ਸੋਨੇ ਦੇ ਕੜੇ ਦੀ ਕੋਈ ਸੰਭਾਲ ਨਹੀਂ ਕੀਤੀ ਸੀ। ਸ਼ੋਸ਼ਕ ਬਸਤਰ ਪਹਿਰੇ ਤਬ ਹੀਰਿਓ। ਜਦੋਂ ਦੇਖਿਆ ਵੀ ਸਤਿਗੁਰੂ ਜੀ ਨੇ ਹੁਣ ਬਾਹਰ ਆ ਕੇ ਬਸਤਰ ਸਰੀਰ ਦੇ ਉੱਪਰ ਧਾਰਨ ਕਰ ਲਏ ਹਨ। ਦਾਸਨ ਕਹਿਓ ਕੜਾ ਜਲ ਗੇਰਿਓ। ਉਸ ਸਮੇਂ ਸੇਵਦਾਸ ਕਹਿ ਲਗੇ ਮਹਾਰਾਜ ਤੁਹਾਡਾ ਇੱਕ ਜਿਹੜਾ ਬਹੁਤ ਵੱਡਾ ਸੋਨੇ ਦਾ ਗੁਰਦਾ ਕੜਾ ਪਾਣੀ ਦੇ ਵਿੱਚ ਹੀ ਡਿੱਗ ਪਿਆ ਹੈ। ਗਿਨਿਓ ਨਾ ਕੁਛ ਆਏ ਢਿੱਗ ਮੇਰੀ। ਮਾਤਾ ਜੀ ਇਹ ਹਕੀਕਤ ਉਹਨਾਂ ਮਸੰਦਾਂ ਨੂੰ ਦੱਸਦੇ ਹਨ ਵੀ ਜਦੋਂ ਗੋਬਿੰਦ ਰਾਏ ਜੀ ਚੱਲ ਕਰਕੇ ਮੇਰੇ ਪਾਸ ਖਾਲੀ ਹੱਥੀਂ ਪਹੁੰਚ ਗਏ ਸਨ। ਬੂਝਨ ਕਰੀ ਹਾਥ ਜਬ ਹੀਰੀ। ਮੈਂ ਵੀ ਹੁਣ ਖਾਲੀ ਹੱਥ ਦੇ ਕਰਕੇ ਬਾਰ-ਬਾਰ ਜਦੋਂ ਪੁੱਛਣਾ ਕੀਤਾ ਲਾਲ ਜੀ ਆ ਤੁਹਾਡਾ ਸੋਨੇ ਦਾ ਜਿਹੜਾ ਕੜਾ ਕਿੱਥੇ ਗਵਾਚ ਚੁੱਕਿਆ ਹੈ। ਰਿਸ ਕਰ ਬਹੁਤ ਭਾਂਤ ਸਮਝਾਈ। ਮੈਂ ਜਦੋਂ ਥੋੜਾ ਜਿਹਾ ਤਾੜ ਕਰਕੇ ਪੁੱਛਣਾ ਕੀਤਾ ਸੀ ਸਭ ਕੋ ਲੀ ਸਲਤਾ ਟਿਗ ਆਈ। ਫਿਰ ਉਸੇ ਤਰ੍ਹਾਂ ਸਾਰਿਆਂ ਬੱਚਿਆਂ ਨੂੰ ਲੈ ਕੇ ਨਾਲ ਦਰਿਆ ਦੇ ਕਿਨਾਰੇ ਤੇ ਪਹੁੰਚ ਗਏ ਸਨ। ਖੁਜ ਵਾਇਬ ਬਹੁ ਜਲ ਕੇ ਮਾਹੀ। ਅਥਾ ਜਲ ਦੇ ਵਿੱਚ ਬਹੁਤ ਸਾਰੇ ਸਿਆਣੇ ਗੁਰਸਿੱਖ ਉਸ ਕੜੇ ਨੂੰ ਲੱਭਣ ਲੱਗ ਪਏ ਸਨ। ਦੇਖ ਰਹੇ ਪਾਇਓ ਕਿਤਨਾ ਹੀ। ਬੋਲਾ ਜਿੱਥੇ ਇਤਨਾ ਅਥਾ ਪਾਣੀ ਵਗਦਾ ਉੱਥੇ ਮਾੜਾ ਮੋਟਾ ਸੋਨੇ ਦਾ ਕੜਾ ਕਿੱਥੋਂ ਲੱਭਣਾ ਸੀ। ਮੈਂ ਕਰ ਕੋਪ ਕਹਿਓ ਟਿਗ ਤਹਾਂ। ਇਹ ਬਾਰ ਤਾਂ ਸ਼ਾਇਦ ਪਟਨਾ ਸ਼ਹਿਰ ਦੀ ਲੱਗਦੀ ਹੈ। ਉਸ ਸਮੇਂ ਗੋਬਿੰਦ ਰਾਏ ਜੀ ਨੇ ਜਦੋਂ ਆਪਣਾ ਇੱਕ ਸੋਨੇ ਦਾ ਕੜਾ ਗੰਗਾ ਨਦੀ ਦੇ ਵਿੱਚ ਫੈਂਕਿਆ ਸੀ। ਕਿਉਂ ਨਾ ਬਤਾਵਤ ਗੇਰਿਓ ਕਹਾਂ। ਮਾਤਾ ਜੀ ਤਾੜਨਾ ਕਰਕੇ ਥੋੜੀ ਜੀ
ਪੁੱਛਣ ਲੱਗ ਪਏ ਸਨ। ਦੁਰਲਭ ਬਸਤ ਦਰਬ ਬਹੁ ਕੀਰੀ। ਕਹਿ ਲਗੇ ਵੀ ਦੇਖੋ ਇਸ ਕੜੇ ਦੇ ਉੱਪਰ ਕਿਤਨੀ ਮਾਇਆ, ਕਿਤਨਾ ਧਨ ਖਰਚ ਕਰਕੇ ਫਿਰ ਸੁਨਿਆਰੇ ਦੇ ਕੋਲੋਂ ਮੈਂ ਤਿਆਰ ਕਰਵਾਇਆ ਸੀ, ਉਹਦੇ ਵਿੱਚ ਫਿਰ ਬੇਕੀਮਤ ਹੀਰੇ ਜਵਾਰ ਆਦਿਕ ਵੀ ਜੜਵਾਏ ਹੋਏ ਸਨ। ਬਿਨ ਸੰਭਾਰ ਨੀਰ ਮਹਿ ਗੇਰੀ। ਤੁਸੀਂ ਬਿਨਾਂ ਸੰਭਾਲ ਤੋਂ ਇਤਨੀ ਮਹਿੰਗੀ ਚੀਜ਼ ਆ ਪਾਣੀ ਦੇ ਵਿੱਚ ਡੈਗ ਦਿੱਤੀ ਹੈ। ਇਕ ਤਾਂ ਪ੍ਰਥਮਾ ਸੰਭਾਰ ਨਾ ਕਰੀ। ਇੱਕ ਤਾਂ ਤੁਸੀਂ ਇਹੋ ਜਿਹੀਆਂ ਬੇਕੀਮਤੀਆਂ ਜਿਹੜੀਆਂ ਵਸਤੂਆਂ ਉਹਨਾਂ ਦੀ ਕਦੇ ਸੰਭਾਲ ਹੀ ਨਹੀਂ ਕੀਤੀ ਹੈ। ਦੂਜੇ ਅਬ ਤੂਸ਼ਨ ਮੁਖ ਧਰੀ। ਆ ਦੂਜਾ ਨੰਬਰ ਤੇ ਕੋਈ ਜਵਾਬ ਨਹੀਂ ਦਿੱਤਾ, ਮੇਰੇ ਅੱਗੇ ਚੁੱਪ ਕਰਕੇ ਖੜੇ ਹੋ ਗਏ ਹੋ। ਧਨ ਵਿਸਾਲ ਕੋ ਬਦ ਹੈ ਖੋਵਾ। ਬੜਾ ਜਿਹੜਾ ਘਰ ਦਾ ਧਨ ਤੁਸੀਂ ਐਵੇਂ ਹੀ ਬਰਬਾਦ ਕਰ ਦਿੱਤਾ ਹੈ। ਇਤਿਆਦਿਕ ਕਰ ਕੋਪ ਮਹਾਨਾ। ਜਦੋਂ ਮਾਤਾ ਜੀ ਇਹ ਦੇ ਕਰਕੇ ਮਨ ਦੇ ਵਿੱਚ ਬੜਾ ਨਾਰਾਜ਼ ਹੋ ਗਏ ਸਨ। ਧਰੀ ਮੌਨ ਰਿਸਕੈ ਸੁਨ ਕਾਨਾ। ਮਾਤਾ ਜੀ ਦੇ ਸੁਣ ਕਰਕੇ ਵਚਨ ਗੋਬਿੰਦ ਰਾਏ ਜੀ ਦਾ ਫਿਰ ਚੁੱਪੀ ਕਰ ਗਏ ਸਨ। ਦੂਜੋ ਕੰਕਨ ਹਾਥ ਮਝਾਰਾ। ਜਿਹੜਾ ਦੂਸਰਾ ਕੜਾ ਸੋਨੇ ਦਾ ਮਹਾਰਾਜ ਨੇ ਆਪਣੇ ਹੱਥ ਦੇ ਵਿੱਚ ਪਾਇਆ ਹੋਇਆ ਸੀ, ਸਭ ਕੇ ਦੇਖਤ ਤੁਰਤ ਉਤਾਰਾ। ਸਾਰਿਆਂ ਦੇ ਦੇਖਦਿਆਂ ਲਾ ਕਰਕੇ ਹੱਥ 'ਚੋਂ ਕੜਾ ਵੀ ਪਾਣੀ ਦੇ ਵਿੱਚ ਸੁੱਟ ਦਿੱਤਾ ਹੈ। ਕਰ ਬਲ ਬਾਹਨਾ ਦੂਰ ਬਗਾਇਓ। ਆਪਣੇ ਹੱਥ ਦੇ ਵਿੱਚ ਪਕੜ ਕਰਕੇ ਕੜਾ ਗੋਬਿੰਦ ਰਾਏ ਜੀ ਨੇ ਬੜੀ ਦੂਰ ਸਾਹਮਣੇ ਦਰਿਆ ਦੇ ਵਿੱਚ ਫੈਂਕ ਦਿੱਤਾ ਸੀ। ਤੁਦਰਬ ਕੀ ਪ੍ਰਵਾਹ ਮਹਿ ਪਾਇਓ। ਉਸੇ ਵਕਤ ਸੋਨੇ ਦਾ ਕੜਾ ਸਤਲੁਜ ਦੇ ਬੜੇ ਤੇਜ਼ ਪ੍ਰਵਾਹ ਦੇ ਵਿੱਚ ਡਿੱਗ ਪਿਆ ਸੀ। ਸਕਲ ਬਿਲੋਕਤ ਬਹੁ ਬਿਸਮਾਈ। ਦੇ ਕਰਕੇ ਗੁਰ ਸਿੱਖ ਸੰਗਤਾਂ ਮਨ ਦੇ ਵਿੱਚ ਬੜਾ ਹੈਰਾਨ ਹੋ ਗਈਆਂ ਸਨ। ਕਹਾਂ ਕੀ ਨਾ ਕਟ ਦੁਤੀ ਬਗਾਈ। ਸਾਰੇ ਸੋਚਣ ਲੱਗੇ ਵੀ ਆਪਾਂ ਤਾਂ ਪਹਿਲਾ ਟੋਲਦੇ ਸੀ, ਆ ਗੋਬਿੰਦ ਰਾਏ ਨੇ ਦੂਜਾ ਵੀ ਬੜੇ ਡੂੰਘੇ ਜਲ ਦੇ ਵਿੱਚ ਸੋਨੇ ਦਾ ਕੜਾ ਗੈਰ ਦਿੱਤਾ ਹੈ। ਕਈ ਹਜ਼ਾਰਨ ਤੀਜੇ ਬਨੇ। ਜਿਹੜੇ ਹੋ ਜੇ ਕੜੇ ਤਾਂ ਕਈ ਹਜ਼ਾਰ ਰੁਪਈਆ ਖਰਚ ਕਰਕੇ ਫਿਰ ਮਸਾ ਤਿਆਰ ਹੁੰਦੇ ਹਨ। ਉਹਨਾਂ ਸਮਿਆਂ ਦੇ ਵਿੱਚ ਤਾਂ 100 ਰੁਪਈਆ ਕਮਾਉਣਾ ਬੜਾ ਕਹਿੰਦੇ ਔਖਾ ਹੁੰਦਾ ਸੀ। 1000 ਦੀ ਤਾਂ ਬਹੁਤ ਵੱਡੀ ਗੱਲ ਹੈ ਨਾ, ਪਰ ਸਤਿਗੁਰੂ ਜੀ ਦੇ ਚਰਨਾਂ 'ਚ ਜਿਹੜੀ ਲక్ష్ਮੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਮਾਇਆ ਤਾਂ ਹੱਥ ਜੋੜ ਕਰਕੇ ਸਦਾ ਵਾਸਤੇ ਖੜੀ ਰਹਿੰਦੀ ਹੈ। ਸੋ ਵਿਰਾਟ ਕਾ ਸਮ ਮਨ ਗਨੇ। ਦੇ ਕਰਕੇ ਸਿਆਣੇ ਗੌਰ ਸਿੱਖ ਸੋਚਣ ਲੱਗੇ ਵੀ ਗੋਬਿੰਦ ਰਾਏ ਜੀ ਨੇ ਦੇ ਲੋ ਇਤਨਾ ਮਹਿੰਗਾ ਸੋਨੇ ਦਾ ਕੜਾ ਤੇ ਉਹਨੂੰ ਜਿਵੇਂ ਕਹਦੀ ਇੱਕ ਕੌਡੀ ਦੇ ਸਮਾਨ ਹੀ ਮਨ ਦੇ ਵਿੱਚ ਜਾਣਿਆ ਹੋਇਆ ਸੀ। ਬਹੁ ਕਹਿ ਰਹੀ ਕਹਾਂ ਪੁੰਨ ਹੋਈ। ਮਾਤਾ ਜੀ ਆ ਜਿਹੜੀ ਹਕੀਕਤ ਪਹਿਲਾਂ ਦੀ ਆਪਣੇ ਵੱਲੋਂ ਮਸੰਦਾਂ ਨੂੰ ਦੱਸਦੇ ਨੇ ਵੀ ਇਹਨਾਂ ਦਾ ਬੇਪਰਵਾਹੀ ਵਾਲਾ ਜਿਹੜਾ ਸੁਭਾਅ ਬਚਪਨ ਤੋਂ ਹੀ ਚਲਿਆ ਆਉਂਦਾ ਹੈ। ਕਟਕ ਜਰਾਊ 200 ਖੋਈ। ਦੇ ਦਿਆਂ ਦੋ ਵੱਡੇ ਜਿਹੜੇ ਸੋਨੇ ਦੇ ਕੜੇ ਗੋਬਿੰਦ ਰਾਏ ਜੀ ਨੇ ਮੈਂ ਪਾਣੀ ਦੇ ਵਿੱਚ ਹੀ ਰੋੜ ਦਿੱਤੇ ਸਨ। ਕੰਨ ਮਲਾਹ ਜਤਨ ਕਰ ਹਾਰੀ। ਉਸ ਵਕਤ ਮਲਾਹ ਨੇ ਵੀ ਢੂੰਡਣ ਦਾ ਬੜਾ ਆਪਣੇ ਵੱਲੋਂ ਯਤਨ ਕੀਤਾ ਸੀ। ਆਪਰ ਬੋਲੀਏ ਉਹ ਥੱਲੇ ਤੱਕ ਚੁੱਭੀਆਂ ਮਾਰ ਕੇ ਵੀ ਥੱਕ ਗਏ ਸਨ। ਆਪਰ ਲੋਕ ਬਹੁ ਜਲ ਮਹਿ ਬਾਰੀ। ਹੋਰ ਵੀ ਬਹੁਤ ਸਾਰੇ ਡਬੋਲੀਏ ਮਾਤਾ ਜੀ ਨੇ ਜਦੋਂ ਉਹਨਾਂ ਨੂੰ ਫਿਰ ਦਰਿਆ ਦੇ ਵਿੱਚ ਵਾੜਿਆ ਵੀ ਤੁਸੀਂ ਇਹ ਬੜਾ ਮਹਿੰਗਾ ਸੋਨੇ ਦਾ ਕੜਾ ਲੱਭ ਕਰਕੇ ਲਿਆਉਣਾ ਹੈ। ਕਰੀ ਉਪਾਈ ਨਾ ਪਾਇਓ ਕੋਈ। ਜਿੱਥੇ ਹੁਣ ਇਤਨਾ ਤੇਜ਼ ਪਾਣੀ ਵਗ ਰਿਹਾ ਸੀ ਤੇ ਉੱਥੇ ਛੋਟੇ ਮਾੜੇ ਮੋਟੇ ਸੋਨੇ ਦੇ ਕੜੇ ਕਿਵੇਂ
ਲੱਭ ਸਕਦੇ ਹਨ। ਅਲਪ ਬੈਸ ਮਹਿ ਅਸ ਬੁੱਧ ਜੋਈ। ਜਗਤ ਮਾਤਾ ਗੁਜਰ ਕੌਰ ਜੀ ਉਹਨਾਂ ਮਸੰਦਾਂ ਨੂੰ ਸਮਝਾਉਂਦੇ ਨੇ ਵੀ ਇਹਨਾਂ ਨੇ ਤਾਂ ਹੁਣ ਇਹੋ ਜਿਹਾ ਸੁਭਾਅ ਬਚਪਨ ਤੋਂ ਹੀ ਧਾਰਨ ਕੀਤਾ ਹੋਇਆ। ਸਦਾ ਸੁਭਾਉ ਰਹਿਓ ਇਸ ਬਿਦ ਕੋ। ਇਹ ਤਾਂ ਹੁਣ ਸਦਾ ਵਾਸਤੇ ਆਪਣੀ ਬੇਪਰਵਾਹੀ ਦੇ ਵਿੱਚ ਹੀ ਵਰਤਦੇ ਹਨ। ਧਨ ਸੰਚਨ ਕੀ ਰੱਖੈ ਨਾ ਸੁਧ ਕੋ। ਕਦੇ ਵੀ ਇਹਨਾਂ ਨੇ ਕੋਈ ਮਾਇਆ ਔਰ ਤਨ ਦੇ ਨਾਲ ਪਕੜ ਨਹੀਂ ਧਾਰਨ ਕੀਤੀ ਹੈ। ਅਬ ਕਿਆ ਕੀ ਨਾ ਮਸੰਦ ਹਟਾਈ। ਮਾਤਾ ਜੀ ਵੀ ਸੋਚਦੇ ਨੇ ਵੀ ਕਿਤਨੇ ਮਸੰਦ ਦੇਸ਼ਾਂ ਵਿਦੇਸ਼ਾਂ ਜੋ ਮਾੜੀ ਬਾਇਆ ਦਾ ਸੰਬੰਧ ਦੀ ਲੈ ਕਰਕੇ ਆਇਆ ਕਰਦੇ ਸਨ। ਲੱਖੋਂ ਧਨ ਲਿਆਵਤ ਸਮੁਦਾਈ। ਜਿਹੜੇ ਕਈ ਪੁਸਤਾਂ ਤੋਂ ਇਸ ਸੇਵਾ ਦੇ ਵਿੱਚ ਜੁੜੇ ਹੋਏ ਇਮਾਨਦਾਰ ਸੱਚ ਦੇ ਮਾਰਗ ਦੇ ਉੱਪਰ ਚੱਲਣ ਵਾਲੇ ਉਹਨਾਂ ਨੇ ਤਾਂ ਕੋਈ ਲੱਖਾਂ ਦੀ ਗਿਣਤੀ ਦੇ ਵਿੱਚ ਧਨ ਲਿਆ ਕਰਕੇ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ ਸੀ। ਦੇਸ਼ ਵਿਦੇਸ਼ਨ ਮੈਂ ਵਿਚਰੰਤੀ। ਜਿਹੜੇ ਕਮਾਈਆਂ ਵਾਲੇ ਪਹਿਲੀਆਂ 'ਚ ਮਸੰਦ ਉਹਨਾਂ ਨੇ ਮਾਇਆ ਵੀ ਇਕੱਠੀ ਕਰਨੀ, ਨਾਲ ਦੀ ਨਾਲ ਗੁਰ ਸਿੱਖੀ ਦਾ ਪ੍ਰਚਾਰ ਵੀ ਹੈ ਸੰਗਤਾਂ ਦੇ ਵਿੱਚ ਕਰਦੇ ਰਹਿੰਦੇ ਸਨ। ਖੋਜ ਖੋਜ ਸਿੱਖਨ ਘਰਵੰਤੀ। ਮਾਤਾ ਜੀ ਵਿਚਾਰ ਕਰਦੇ ਨੇ ਵੀ ਵਿਚਾਰਿਆਂ ਨੂੰ ਕਿਤਨਾ ਉਦਮ ਪ੍ਰਚਾਰਤ ਕਰਨਾ ਪੈਂਦਾ ਸੀ। ਕੱਲੇ ਕੱਲੇ ਗੁਰਸਿੱਖ ਦਾ ਪਹਿਲਾਂ ਘਰ ਲੱਭਣਾ, ਫਿਰ ਉਹਦੇ ਕੋਲੋਂ ਦੋ ਵੀ ਦਸਵੰਧ ਦੀ ਮਾਇਆ ਇਕੱਠੀ ਹੁੰਦੀ ਆਪਣੇ ਪਾਸ ਲੈ ਕਰਕੇ ਆਇਆ ਕਰਦੇ ਸਨ। ਸਭ ਤੇ ਕਹਿ ਕਰ ਦੇ ਉਪਦੇਸ਼। ਉੱਥੇ ਬੜੇ ਪ੍ਰੇਮੀਆਂ ਨੂੰ ਉਹਨਾਂ ਮਸੰਦਾਂ ਨੇ ਗੁਰੂ ਬਾਬਾ ਜੀ ਦੇ ਦਰਕਰ ਦੇ ਨਾਲ ਵੀ ਜੋੜਿਆ ਹੋਇਆ ਸੀ। ਅਨ ਹੈ ਧਨ ਕੋ ਸਦਾ ਵਿਸ਼ੇਸ਼। ਬੜੀ ਮਾਇਆ ਬੜਾ ਧਨ ਆਪਣੇ ਆਪ ਹੀ ਮਹਾਰਾਜ ਦੇ ਚਰਨਾਂ 'ਚ ਲਿਆ ਕਰਕੇ ਉਹ ਫਿਰ ਭੇਟਾ ਕਰ ਦਿੰਦੇ ਸਨ। ਅਬ ਹਟ ਗਈ ਕਹਾਂ ਧਨ ਇਹ ਹੈ। ਮਾਤਾ ਜੀ ਸੋਚਦੇ ਨੇ ਵੀ ਹੁਣ ਇਤਨਾ ਵੱਡਾ ਖਰਚ ਪਤਾ ਨਹੀਂ ਕਿਵੇਂ ਗੁਰੂ ਘਰ ਦਾ ਚੱਲਣਾ ਹੈ। ਕਿਮ ਗੁਰ ਘਰ ਕੋ ਕਾਜ ਨਿਭੈ ਹੈ। ਆ ਜਿਹੜੇ ਗੁਰੂ ਬਾਬਾ ਜੀ ਦੇ ਵੱਡੇ ਵੱਡੇ ਕਾਰ ਔਰ ਵਿਹਾਰ ਪਤਾ ਨਹੀਂ ਮਾਇਆ ਤੋਂ ਬਗੈਰ ਕਿਵੇਂ ਚੱਲਣੇ ਹਨ। ਇਮ ਔਰ ਜਾਨ ਨਿਕਟ ਹੋਏ ਕਹਿਓ। ਇਉਂ ਮਾਤਾ ਜੀ ਉਹਨਾਂ ਮਸੰਦਾਂ ਨੂੰ ਬੜੇ ਪਿਆਰ ਦੇ ਨਾਲ ਪਾਸ ਬਿਠਾ ਕਰਕੇ ਸਮਝਾਉਣ ਲੱਗ ਪਏ ਸਨ। ਕੁਸ਼ਲ ਕਰ ਹੈ ਪਰਮੇਸ਼ਵਰ ਸਾਰੀ। ਭਾਈ ਗੁਰਮੁਖੋ ਤੁਸੀਂ ਮਨ ਦੇ ਵਿੱਚ ਕੋਈ ਫਿਕਰ ਨਾ ਕਰੋ ਕਿ ਸਾਨੂੰ ਆ ਰੋਜ਼ੀ ਪਤਾ ਨਹੀਂ ਕਿਵੇਂ ਪ੍ਰਾਪਤ ਹੋਏਗੀ। ਗੁਰੂ ਬਾਬਾ ਜੀ ਨੇ ਤੁਹਾਨੂੰ ਸਾਰੀਆਂ ਹੀ ਜਿਹੜੀਆਂ ਦਾਤਾ ਰਹਿਮਤਾਂ ਬਖਸ਼ ਦੇਣੀਆਂ ਹਨ। ਹੁਣ ਜਿਸ ਪ੍ਰਕਾਰ ਮਾਤਾ ਜੀ ਨੇ ਇਹਨਾਂ ਸਾਰੇ ਮਸੰਦਾਂ ਨੂੰ ਆਪਣੇ ਵੱਲੋਂ ਬੜਾ ਧਰਵਾਸ ਦੇਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗਿਆ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਕੁਸ਼ਲ ਕਰ ਹੈ ਪਰਮੇਸ਼ਵਰ ਸਾਰੀ। ਕਹਿ ਮੈਂ ਰਹੀ ਨਾ ਬਹੁਰ ਨਿਵਾਰੀ। ਕੁਸ਼ਲ ਕਰ ਹੈ ਪਰਮੇਸ਼ਵਰ ਸਾਰੀ। ਕਹਿ ਮੈਂ ਰਹੀ ਨਾ ਬਹੁਰ ਨਿਵਾਰੀ। हे चौथ पार ब्रह्म अविनाशी अगनास। है पूर्ण सर्व में दुख भंजन गुण तास। है संगी है निरंकार है निर्गुण सब टीक। हे गोविंद है गुण दान जाके सदा विवेक। हे अपरंपर हर हरे है पियोवन हार। हे संता
ਕੈ ਸਦਾ ਸੰਗ ਨਿਧਾਰਾ ਆਧਾਰ ਬੇਟਾ ਕਰੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਖੋਈਐ ਪਰੋਈ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਕਰਾਰ ਮਨ ਬਸਤ ਨਾਨਕ ਹੋਤ ਨਿਹਾਲ।